पाठ 11वां चंगा खाइए सेहत बनाइए। आओ बच्चों इस पाठ का अभ्यास करते हाँ। अभ्यास करने तो पहला मैनूं एक गल दसो, असी भोजन क्यों खाते हाँ? असी भोजन ऊर्जा लैण लई, ताकत लैण लई खाते हाँ, तां जो असी रोजाना दे काम कर सकीए। तां इस दे लई सानूं चंगा खाना चाहिदा है ते सेहत बनानी चाहिदी है। चंगा खाइए सेहत बनाइए। तो शुरू करते हाँ इस पाठ के प्रश्न उत्तर। सब तो पहला सानू कुछ गल्लां समझ लेना चाहिए हैं। जिहड़ा असीं भोजन खाने हाँ उस विच हरे पत्तेदार सब्जियां, दुध ते होर वख-वख पोषक तत्तां वाला भोजन होना चाहिए है। वख-वख पोषक तत्तां वाला भोजन क्यों? क्योंकि उन्हां दे हरेक पोषक तत्त दा एक अलग काम हुंदा है। तां असीं पोषक तत्तां दे उन्हां दे काम दे आधार ते उसनूं 3 भागां विच वंडदे हां। कार्बोहाइड्रेट्स ते चर्बी, प्रोटीन, विटामिन अते खनिज पदार्थ। ਜਿਹੜੇ कार्बोहाइड्रेट्स ते चर्बी ने वो शरीर नूं ऊर्जा दिंदे ने, ताकत दिंदे ने। प्रोटीन जिहड़ा है शरीर दे वाधे विच मदद करदा है। जिस तरह तुसीं हुण छोटे बच्चे हो ते हौली हौली तुसीं जदों वड्डे होंगे तां उस विच जिहड़ा है प्रोटीन मदद करदा है। विटामिन अते खनिज पदार्थ शरीर नूं बीमारियां तो बचाउंदे हन। तां इह होए पोषक तत्तां दे बारे जानकारी, उन्हां दे कम्मां बारे। ते इक आपां थोड़ी होर डिटेल च पढ़दे हां पोषक तत्तां दे नाम, उन्हां दे काम ते सानूं किस किस चीज़ तो यह जिहड़े पोषक तत्त है सानूं मिलदे ने। पोषक तत्तां दे नाम, काम ते सोमे। सोमे तो भाव सानूं किहड़ियां चीज़ां तो यह तत्त मिलदे ने। पहला तत्त है कार्बोहाइड्रेट्स। कार्बोहाइड्रेट्स कार्बोहाइड्रेट्स यह पोषक सानूं खेडण अते सरीरक कम्मां लई ऊर्जा दिंदा है। कार्बोहाइड्रेट सानूं ऊर्जा दिंदा है। ये सानू किस तो मिलता है? चावल, कणक, गन्ना, शकरकंदी, आलू, मीठे फल। इन्हां सारियां चीज़ों तो सानू कार्बोहाइड्रेट्स मिलता है। अगे है चर्बी। चर्बी चर्बी कार्बोहाइड्रेट्स नालों ज़्यादा ऊर्जा दिंदी है। ये साडे शरीर नूं गर्म रखते हैं। चर्बी, फैट्स वो चीज़ां जिन्हां विच घी होवे, घी वर्गा तत्त होवे, ਉਹ ਜਿਹੜੇ ਹੈਗੇ ਸਾਰੇ ਚਰਬੀ ਵਾਲੇ ਪੋਸ਼ਕ ਤੱਤ ਵਿੱਚ ਗਿਣੇ ਜਾਂਦੇ ਨੇ। ਜਿਵੇਂ ਇਹ ਸਾਨੂੰ ਕਿੱਥੋਂ ਮਿਲਦੇ ਹਨ? ਘਿਓ, ਮੱਖਣ, ਗਿਰੀਆਂ, ਖੋਆ ਅਤੇ ਮੀਟ ਆਦਿ। ਜਿਹੜਾ ਚਰਬੀ ਹੈ ਉਹ ਕਾਰਬੋਹਾਈਡਰੇਟਸ ਨਾਲੋਂ ਜ਼ਿਆਦਾ ਊਰਜਾ ਦਿੰਦਾ ਹੈ ਤੇ ਇਹ ਸਾਡੇ ਸਰੀਰ ਨੂੰ ਗਰਮ ਵੀ ਰੱਖਦਾ ਹੈ। ਹੁਣ ਵਾਰੀ ਹੈ ਪ੍ਰੋਟੀਨ ਦੀ। ਪ੍ਰੋਟੀਨ ਸਰੀਰ ਦੇ ਵਾਧੇ ਲਈ ਜ਼ਰੂਰੀ ਹੈ। ਸਰੀਰ ਦੇ ਵਾਧੇ ਲਈ ਇਹ ਸਰੀਰ ਦੇ ਜਿਹੜੇ ਸੈੱਲ ਹੁੰਦੇ ਹਨ ਉਹਨਾਂ ਨੂੰ ਸੈੱਲ ਨਵੇਂ ਬਣਾਉਂਦੀ ਹੈ ਤੇ ਜਿਹੜੇ ਸਰੀਰ ਦੇ ਸੈੱਲ ਟੁੱਟ ਭੱਜ ਜਾਂਦੇ ਨੇ, ਖਰਾਬ ਹੋ ਜਾਂਦੇ, ਉਹਨਾਂ ਨੂੰ ਵੀ ਨਵਾਂ ਬਣਾਉਂਦੀ ਹੈ। ਤੁਹਾਡੇ ਵਰਗੇ ਵੱਧ ਰਹੇ ਬੱਚਿਆਂ ਨੂੰ ਪ੍ਰੋਟੀਨ ਵਾਲਾ ਭੋਜਨ ਜ਼ਰੂਰ ਖਾਣਾ ਚਾਹੀਦਾ ਹੈ ਕਿਉਂਕਿ ਛੋਟੇ ਬੱਚੇ ਆ ਉਹਨਾਂ ਨੂੰ ਪ੍ਰੋਟੀਨ ਵਾਲਾ ਭੋਜਨ ਵੱਧ ਚਾਹੀਦਾ ਕਿਉਂਕਿ ਉਹਨਾਂ ਨੇ ਵੱਡੇ ਹੋਣਾ ਹੁੰਦਾ ਹੈ। ਤੇ ਸੋਮੇ ਕਿਹੜੇ ਐਸੇ? ਆਂਡੇ, ਮੱਛੀ, ਮੀਟ, ਪਨੀਰ, ਮਟਰ ਦੇ ਦਾਣੇ, ਦਾਲਾਂ ਅਤੇ ਦੁੱਧ। ਤਾਂ ਇਹਨਾਂ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਹੈ। ਤੁਸੀਂ ਦੁੱਧ ਵੀ ਪੀਣਾ ਹੈ, ਦਾਲਾਂ ਵੀ ਖਾਣੀਆਂ ਨੇ, ਪਨੀਰ, ਤਾਂ ਇਹ ਸਾਰੀਆਂ ਚੀਜ਼ਾਂ ਤੁਸੀਂ ਜ਼ਰੂਰ ਖਾਣੀਆਂ ਨੇ। ਵਿਟਾਮਿਨ ਇਹ 6 ਤਰ੍ਹਾਂ ਦੇ ਹੁੰਦੀਆਂ ਨੇ, A, B, C, D, E ਅਤੇ K। ਵਿਟਾਮਿਨ A, ਵਿਟਾਮਿਨ B, ਵਿਟਾਮਿਨ C, ਵਿਟਾਮਿਨ D, ਵਿਟਾਮਿਨ E ਅਤੇ ਵਿਟਾਮਿਨ K। ਇਹ ਸਾਨੂੰ ਬਿਮਾਰੀਆਂ ਤੋਂ ਬਚਾ ਕੇ ਤੰਦਰੁਸਤ ਰੱਖਦੇ ਨੇ। ਇਹ ਵਿਟਾਮਿਨ ਸਾਨੂੰ ਕਿੱਥੋਂ ਮਿਲਦੇ ਨੇ? ਗਾਜਰ, ਟਮਾਟਰ, ਸੰਤਰਾ, ਅੰਡੇ ਅਤੇ ਦੁੱਧ। ਜਿਵੇਂ ਗਾਜਰ ਤੋਂ ਕਹਿੰਦੇ ਆ ਵਿਟਾਮਿਨ A ਮਿਲਦਾ ਹੈ, ਟਮਾਟਰ ਤੋਂ C ਮਿਲਦਾ ਹੈ, ਸੰਤਰੇ ਤੋਂ ਵਿਟਾਮਿਨ C ਮਿਲਦਾ ਹੈ। ਠੀਕ ਹੈ। ਦੁੱਧ ਵਿੱਚ ਤਾਂ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਨੇ। ਜਿਹੜਾ ਵਿਟਾਮਿਨ A ਹੈ ਸਾਨੂੰ ਅੰਧਰਾਤਾ ਰੋਗ ਤੋਂ ਬਚਾਉਂਦਾ ਹੈ, ਅੱਖਾਂ ਦੀ ਰੋਸ਼ਨੀ ਲਈ ਬਹੁਤ ਵਧੀਆ ਹੈ। ਤੇ ਵਿਟਾਮਿਨ D ਜਿਹੜਾ ਕਿ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ, ਸਾਨੂੰ ਕਿਸ ਤੋਂ ਮਿਲਦਾ ਹੈ? ਸੂਰਜ ਦੀ ਰੋਸ਼ਨੀ ਤੋਂ ਮਿਲਦਾ ਹੈ। ਸਰਦੀਆਂ ਵਿੱਚ ਆਪਾਂ ਸੂਰਜ ਦੀ ਰੋਸ਼ਨੀ 'ਚ ਬੈਠਦੇ ਹਾਂ ਨਾ, ਉਹ ਸਾਡੇ ਲਈ ਬਹੁਤ ਵਧੀਆ ਹੈ ਕਿਉਂਕਿ ਇਸ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਨੇ। ਤਾਂ ਵਿਟਾਮਿਨ D ਸੂਰਜ ਦੀ ਰੋਸ਼ਨੀ ਤੋਂ ਮਿਲਦਾ ਹੈ। ਹੁਣ ਖਣਿਜ ਪਦਾਰਥ ਜਿਹਨੂੰ ਮਿਨਰਲਸ ਕਹਿੰਦੇ ਹਾਂ, ਕੈਲਸ਼ੀਅਮ, ਆਇਓਡੀਨ ਅਤੇ ਲੋਹਾ
ਖਣਿਜ ਵੀ ਸਾਡੇ ਸਰੀਰ ਨੂੰ ਰੁਸਟ-ਪੁਸ਼ਟ ਅਤੇ ਤੰਦਰੁਸਤ ਰੱਖਦੇ ਹਨ। ਇਹ ਹੱਡੀਆਂ, ਦੰਦ ਅਤੇ ਖੂਨ ਦੇ ਬਣਨ ਵਿੱਚ ਮਦਦ ਕਰਦੀਆਂ ਨੇ। ਹੱਡੀਆਂ ਲਈ ਕੈਲਸ਼ੀਅਮ, ਦੰਦ ਲਈ ਕੈਲਸ਼ੀਅਮ, ਖੂਨ ਦੇ ਲਈ ਲੋਹਾ, ਠੀਕ ਹੈ ਨਾ। ਇਹਨਾਂ ਸਾਰੀ ਚੀਜ਼ਾਂ ਵਿੱਚ ਤੰਦਰੁਸਤ ਰੱਖਣ ਵਿੱਚ ਇਹ ਮਦਦ ਕਰਦੇ ਨੇ। ਇਸ ਲਈ ਸਾਨੂੰ ਤਾਜ਼ੇ ਫਲ, ਹਰੀਆਂ ਸਬਜ਼ੀਆਂ ਅਤੇ ਦੁੱਧ ਆਦਿ ਪੀਣਾ ਚਾਹੀਦਾ ਹੈ। ਠੀਕ ਹੈ ਬੱਚਿਓ, ਤਾਂ ਇਹ ਸਨ ਪੋਸ਼ਕ ਤੱਤ ਤੇ ਕਿਸ ਕੰਮ ਆਉਂਦੇ ਨੇ ਤੇ ਉਹਨਾਂ ਦੇ ਸੋਮੇ ਤੋਂ ਭਾਵ ਇਹ ਸਾਨੂੰ ਕਿਸ ਤੋਂ ਮਿਲਦਾ ਹੈ। ਇਹ ਸਾਰੇ ਚੀਜ਼ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਹੈ ਤੇ ਇਹਨੂੰ ਯਾਦ ਵੀ ਕਰਨਾ ਹੈ। ਹੁਣ ਹਨ ਪ੍ਰਸ਼ਨ ਉੱਤਰ। ਭੋਜਨ ਵਿੱਚ ਮੌਜੂਦ ਪੋਸ਼ਕ ਤੱਤਾਂ ਦੇ ਨਾਂ ਲਿਖੋ। ਇਸ ਵਿੱਚ ਉੱਤਰ ਵਿੱਚ ਤੁਸੀਂ ਸਾਰੇ ਪੋਸ਼ਕ ਤੱਤਾਂ ਦੇ ਨਾਮ ਲਿਖਣੇ। ਕਿਹੜੇ ਕਿਹੜੇ ਪੋਸ਼ਕ ਤੱਤ ਨੇ? ਕਾਰਬੋਹਾਈਡਰੇਟਸ ਅਤੇ ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਪਦਾਰਥ। ਠੀਕ ਹੈ ਬੱਚੋ, ਇਹ ਭੋਜਨ ਵਿੱਚ ਮੌਜੂਦ ਵੱਖ-ਵੱਖ ਪੋਸ਼ਕ ਤੱਤਾਂ ਦੇ ਨਾਂ ਲਿਖਣੇ ਬਸ ਸਾਰੇ। ਦੂਸਰਾ ਪ੍ਰਸ਼ਨ, ਕਾਰਬੋਹਾਈਡਰੇਟਸ ਅਤੇ ਚਰਬੀ ਸਰੀਰ ਨੂੰ ਕੀ ਦਿੰਦੇ ਹਨ? ਊਰਜਾ। ਇਹ ਸਰੀਰ ਨੂੰ ਊਰਜਾ ਦਿੰਦੇ ਹਨ। ਵਿਟਾਮਿਨ ਅਤੇ ਖਣਿਜ ਪਦਾਰਥ ਦੇ ਵੱਖ-ਵੱਖ ਸੋਮੇ ਲਿਖੋ। ਹੁਣ ਵਿਟਾਮਿਨ ਕਿਸ ਤੋਂ ਮਿਲਦੇ ਨੇ? ਟਮਾਟਰ, ਸੰਤਰਾ, ਗਾਜਰ, ਦੁੱਧ ਅਤੇ ਸੂਰਜ ਦੀ ਰੋਸ਼ਨੀ। ਤੇ ਖਣਿਜ ਪਦਾਰਥ ਹਰੀਆਂ ਸਬਜ਼ੀਆਂ, ਤਾਜ਼ੇ ਫਲ ਅਤੇ ਦੁੱਧ। ਤਾਂ ਵਿਟਾਮਿਨ ਅਤੇ ਖਣਿਜ ਪਦਾਰਥ ਦੇ ਇਹ ਕੀ ਨੇ? ਸੋਮੇ ਨੇ। ਹੁਣ ਖਾਲੀ ਥਾਵਾਂ ਚ ਕੀ ਪੜਨਾ ਹੈ? ਵਿਟਾਮਿਨ ਡੀ, ਪ੍ਰੋਟੀਨ, ਸੰਤੁਲਿਤ ਊਰਜਾ। ਪ੍ਰੋਟੀਨ ਪਹਿਲੇ ਪ੍ਰੋਟੀਨ ਹੈ, ਖਾਲੀ ਥਾਂ ਕੀ ਹੈ? ਸਾਡੇ ਸਰੀਰ ਦੇ ਵਾਧੇ ਲਈ ਬਹੁਤ ਜ਼ਰੂਰੀ ਹੈ। ਵਾਧੇ ਲਈ ਕੀ ਜ਼ਰੂਰੀ ਹੈ? ਪ੍ਰੋਟੀਨ ਸਾਡੇ ਸਰੀਰ ਦੇ ਵਾਧੇ ਲਈ ਬਹੁਤ ਜ਼ਰੂਰੀ ਹੈ। ਸੂਰਜ ਦੀ ਰੋਸ਼ਨੀ ਤੋਂ ਡੈਸ਼ ਮਿਲਦਾ ਹੈ। ਸੂਰਜ ਦੀ ਰੋਸ਼ਨੀ ਤੋਂ ਕੀ ਮਿਲਦਾ ਹੈ? ਵਿਟਾਮਿਨ ਡੀ। ਸਾਰੇ ਬੱਚਿਆਂ ਨੇ ਯਾਦ ਰੱਖਣਾ ਹੈ ਕਿ ਸੂਰਜ ਦੀ ਰੋਸ਼ਨੀ ਤੋਂ ਵਿਟਾਮਿਨ ਡੀ ਮਿਲਦਾ ਹੈ, ਜਿਹੜਾ ਕਿ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਡੈਸ਼ ਖੁਰਾਕ ਵਿੱਚ ਸਾਰੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਸੰਤੁਲਿਤ ਖੁਰਾਕ, ਜਿਸ ਭੋਜਨ ਵਿੱਚ ਸਾਰੇ ਪੋਸ਼ਕ ਤੱਤ ਹੋਣਗੇ ਉਹਨੂੰ ਆਪਾਂ ਕਹਿੰਦੇ ਆ ਸੰਤੁਲਿਤ ਖੁਰਾਕ। ਕੀ ਕਹਿੰਦੇ ਆ ਉਸਨੂੰ? ਸੰਤੁਲਿਤ ਖੁਰਾਕ। ਇਹ ਸ਼ਬਦ ਨੂੰ ਵੀ ਤੁਸੀਂ ਧਿਆਨ ਨਾਲ ਯਾਦ ਕਰਨਾ ਹੈ ਕਿ ਸੰਤੁਲਿਤ ਖੁਰਾਕ ਕਿਸ ਨੂੰ ਕਹਿੰਦੇ ਨੇ। ਸੰਤੁਲਿਤ ਖੁਰਾਕ ਵਿੱਚ ਜਿਸ ਖੁਰਾਕ ਵਿੱਚ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਉਸ ਨੂੰ ਸੰਤੁਲਿਤ ਖੁਰਾਕ ਕਹਿੰਦੇ ਨੇ। ਘਿਓ ਖਾਣ ਨਾਲ ਡੈਸ਼ ਮਿਲਦੀ ਹੈ। ਘਿਓ ਖਾਣ ਨਾਲ ਊਰਜਾ ਮਿਲਦੀ ਹੈ। ਘਿਓ ਕੀ ਹੈ? ਫੈਟ ਹੈ, ਚਰਬੀ ਹੈ, ਉਸ ਤੋਂ ਸਾਨੂੰ ਕੀ ਮਿਲਦੀ ਹੈ? ਊਰਜਾ। ਹੁਣ ਬੱਚਿਓ, ਖਾਸ ਮੌਕਿਆਂ ਤੇ ਤੁਸੀਂ ਭੋਜਨ ਖਾਧਾ ਹੀ ਹੋਗਾ। ਤੁਸੀਂ ਵਿਆਹ, ਸ਼ਾਦੀ, ਜਨਮਦਿਨ ਪਾਰਟੀ, ਧਾਰਮਿਕ ਸਥਾਨਾਂ ਦੇ ਲੰਗਰ ਤੇ ਜਾਂਦੇ ਹੋ, ਠੀਕ ਨਾ। ਆ ਦੇਖੋ ਲੰਗਰ ਦੀਆਂ ਤਸਵੀਰਾਂ, ਤੇ ਤੁਸੀਂ ਉੱਥੇ ਵੱਖ-ਵੱਖ ਤਰ੍ਹਾਂ ਦਾ ਭੋਜਨ ਖਾਂਦੇ ਹੋ। ਤਾਂ ਇਹ ਹੈਗਾ ਵਿਆਹ ਦੀ ਤਸਵੀਰ। ਵਿਆਹ ਦੀ ਤਸਵੀਰ ਵਿੱਚ ਤੁਸੀਂ ਦੇਖਦੇ ਵਿਆਹ ਵਿੱਚ ਜਾਂਦੇ ਹੋ ਤਾਂ ਉੱਥੇ ਵੀ ਵੱਖ-ਵੱਖ ਤਰ੍ਹਾਂ ਦਾ ਭੋਜਨ ਖਾਂਦੇ ਹੋ। ਤਾਂ ਇੱਥੇ ਜਿਹੜਾ ਕਿਰਿਆਵਾਨ ਹੈ, ਇਸ ਡੱਬੇ ਵਿੱਚ ਤੁਸੀਂ ਜੋ ਵੀ ਚੀਜ਼ਾਂ ਵਿਆਹ ਸਮਾਗਮਾਂ ਵਿੱਚ ਮਿਲਦੀਆਂ ਨੇ ਉਹਨਾਂ ਦੀ ਸੂਚੀ ਬਣਾਉਣੀ ਹੈ। ਮੈਨੇ ਸੂਚੀ ਬਣਾਈ ਹੈ, ਤੁਸੀਂ ਆਪਣੀ ਸੂਚੀ ਬਣਾ ਸਕਦੇ ਹੋ। ਜਿਵੇਂ ਦਹੀਂ ਭੱਲੇ, ਚਾਟ, ਟਿੱਕੀ, ਮਨਚੂਰੀਅਨ, ਗੋਲ ਗੱਪੇ, ਪਨੀਰ ਪਕੌੜੇ, ਸਵੀਟ ਕੋਰਨ, ਪਾਓ ਭਾਜੀ, ਨੂਡਲਸ, ਆਈਸਕ੍ਰੀਮ, ਕੁਲਫੀ, ਫਰੂਟ ਚਾਟ, ਨਾਨ, ਮਿੱਸੀ ਰੋਟੀ, ਤਰ੍ਹਾਂ ਦੀਆਂ ਸਬਜ਼ੀਆਂ, ਗੁਲਾਬ ਜਾਮੁਨ, ਰਸਗੁੱਲੇ, ਹਲਵਾ, ਰਸਮਲਾਈ, ਰਬੜੀ, ਜੂਸ, ਸ਼ੇਕ, ਕੌਫੀ, ਚਾਹ, ਕੋਲਡ ਡਰਿੰਕਸ, ਹੋਰ ਬਹੁਤ ਕੁਝ। ਜਿਹੜੀ ਚੀਜ਼ਾਂ ਤੁਸੀਂ ਲਿਖੀਆਂ ਨੇ ਤੁਸੀਂ ਇਹਨਾਂ ਦੇ ਨਾਮ ਲਿਖਣੇ ਨੇ, ਜਿਹੜੇ ਤੁਸੀਂ ਵਿਆਹ ਸ਼ਾਦੀਆਂ ਵਿੱਚ ਖਾਈਆਂ ਨੇ, ਠੀਕ ਹੈ, ਉਹਨਾਂ ਦੇ ਨਾਮ ਲਿਖਣੇ। ਹੁਣ ਅਗਲਾ ਪ੍ਰਸ਼ਨ ਕਰਦੇ ਹਾਂ। ਤੇ ਬੇਟਾ ਇੱਕ ਕਿਰਿਆ 2 ਹੈ, ਇਸ ਚ ਕੁਝ ਤਸਵੀਰਾਂ ਚ ਕੁਝ ਖਾਣ ਵਾਲੀ ਚੀਜ਼ਾਂ ਦੇ ਨਾਮ ਨੇ। ਇਹ ਵੱਖ-ਵੱਖ ਸਮਾਗਮਾਂ ਤੇ ਬਣਦੀਆਂ ਨੇ। ਵੱਖ-ਵੱਖ ਸਮਾਗਮਾਂ ਤੋਂ ਮਤਲਬ ਸਮਝੋ, ਜਿਵੇਂ ਦੀਵਾਲੀ ਹੈ, ਦੀਵਾਲੀ ਤੇ ਆਪਾਂ ਕੀ ਖਾਂਦੇ ਹਾਂ? ਕੀ ਚੀਜ਼ਾਂ ਬਣਦੀਆਂ ਨੇ? ਮਠਿਆਈਆਂ ਬਣਦੀਆਂ ਨੇ। ਲੋਹੜੀ ਦੇ ਤਿਉਹਾਰ ਤੇ ਕੀ ਚੀਜ਼ਾਂ ਬਣਦੀਆਂ ਨੇ? ਰਿਉੜੀਆਂ, ਗੱਚਕ, ਭੁੱਗਾ, ਇਸ ਤਰ੍ਹਾਂ ਦੀ ਚੀਜ਼ਾਂ ਬਣਦੀਆਂ ਨੇ, ਹਨਾ। ਗਰਮ ਚੀਜ਼ਾਂ, ਮਤਲਬ ਕਿ ਜਿਵੇਂ ਤਸੀਰ ਗਰਮ ਹੁੰਦੀ ਹੈ, ਰਿਉੜੀਆਂ, ਗੱਚਕ ਆਦਿ ਤੁਸੀਂ ਖਾਂਦੇ ਹੋ, ਮੂੰਗਫਲੀਆਂ ਤੁਸੀਂ ਖਾਂਦੇ ਹੋ। ਲੋਹੜੀ ਦੇ ਤਿਉਹਾਰ ਤੇ। ਬਸੰਤ ਪੰਚਮੀ ਨੂੰ ਕੀ ਬਣਦਾ ਹੈ? ਮਿੱਠੇ ਪੀਲੇ ਚਾਵਲ ਬਣਦੇ ਨੇ। ਜੋ ਨਰਾਤੇ ਆਉਂਦੇ ਨੇ, ਮਾਤਾ ਦੇ ਦਿਨ ਆਉਂਦੇ ਤਾਂ ਉਸ ਦਿਨ ਕੀ ਬਣਦਾ ਹੈ? ਕੜਾਹ ਚਾਵਲ, ਠੀਕ ਹੈ ਨਾ, ਛੋਲੇ ਤੇ ਪੂਰੀ ਤੇ ਪ੍ਰਸ਼ਾਦ ਜਿਹੜਾ ਹੁੰਦਾ ਹੈ ਉਹ ਬਣਦਾ ਹੈ। ਤਾਂ ਇਸ ਤਰ੍ਹਾਂ ਵੱਖ-ਵੱਖ ਸਮਾਗਮਾਂ ਤੇ ਕੀ ਹੈ? ਵੱਖ-ਵੱਖ ਤਰ੍ਹਾਂ ਦਾ ਭੋਜਨ ਬਣਦਾ ਹੈ। ਹੁਣ ਇਹ ਤਸਵੀਰ ਦੇਖੋ, ਇਹ ਮਿਠਾਈਆਂ ਨੇ। ਇਹ ਕਦੋਂ ਬਣਦੀਆਂ ਨੇ? ਦੀਵਾਲੀ ਵਾਲੇ ਦਿਨ। ਇਹ ਰਿਉੜੀਆਂ ਤੇ ਗੱਚਕ ਕਦੋਂ ਬਣਦੀ ਹੈ? ਲੋਹੜੀ ਵਾਲੇ ਦਿਨ। ਮਿੱਠੇ ਪੀਲੇ ਚਾਵਲ ਕਦੋਂ ਹੈ? ਬਸੰਤ ਰੁੱਤ ਨੂੰ, ਠੀਕ ਹੈ ਨਾ। ਬਸੰਤ ਪੰਚਮੀ ਨੂੰ ਮਿੱਠੇ ਪੀਲੇ ਚਾਵਲ ਬਣਾਏ ਜਾਂਦੇ ਨੇ। ਅੱਛਾ ਬੱਚਿਓ, ਭੋਜਨ ਦੀ ਗੱਲ ਚੱਲ ਰਹੀ ਹੈ
ਤੁਸੀਂ ਜਿਹੜੇ ਬੱਚੇ ਸਕੂਲਾਂ ਵਿੱਚ ਡੇ ਬੋਰਡਿੰਗ ਸਕੂਲਾਂ ਵਿੱਚ ਪੜ੍ਹਦੇ ਨੇ, ਡੇ ਬੋਰਡਿੰਗ ਜਿੱਥੇ ਮਤਲਬ ਕਿ ਪੜ੍ਹਦੇ ਵੀ ਨੇ ਤੇ ਉੱਥੇ ਰਹਿੰਦੇ ਵੀ ਨੇ, ਉੱਥੇ ਕਿੱਥੇ ਖਾਣਾ ਖਾਂਦੇ ਨੇ? ਉਹ ਮੈਸ ਵਿੱਚ ਖਾਣਾ ਖਾਂਦੇ। ਮੈਸ ਵਿੱਚ ਇੱਕ ਜਗ੍ਹਾ ਹੁੰਦੀ ਹੈ ਜਿੱਥੇ ਸਾਰੇ ਬੱਚੇ ਬੈਠ ਕੇ ਰਲ ਮਿਲ ਕੇ ਭੋਜਨ ਖਾਂਦੇ ਹਨ। ਤੇ ਆਪਣੇ ਸਕੂਲਾਂ ਵਿੱਚ ਕੀ ਮਿਲਦਾ ਹੈ? ਮਿਡ ਡੇ ਮੀਲ ਬਣਦਾ ਹੈ। ਤੇ ਜਿਹੜੀ ਭੋਜਨ ਸੂਚੀ ਹੁੰਦੀ ਹੈ ਉਸ ਨੂੰ ਮੈਨੂ ਕਿਹਾ ਜਾਂਦਾ ਹੈ। ਭੋਜਨ ਸੂਚੀ ਜਿਸ ਵਿੱਚ ਲਿਖਿਆ ਜਾਂਦਾ ਹੈ ਕਿ ਕਿਸ ਦਿਨ ਕਿਹੜਾ ਭੋਜਨ ਬਣੇਗਾ ਜਾਂ ਕੀ ਖਾਣ ਨੂੰ ਬਣੇਗਾ, ਜਾਂ ਮੈਨੂ ਵਿੱਚ ਭੋਜਨ ਦੀ ਲਿਸਟ ਹੁੰਦੀ ਹੈ ਸਾਰੀ। ਤੇ ਆਪਾਂ ਹੁਣ ਸਕੂਲ ਵਿੱਚ ਸਾਨੂੰ ਕਿਹੜਾ ਭੋਜਨ ਖਾਣ ਨੂੰ ਦਿੱਤਾ ਜਾਂਦਾ ਹੈ, ਆਪਾਂ ਨੇ ਉਹ ਵਾਲਾ ਮੈਨੂ ਲਿਖਣਾ ਹੈ। ਜਿਵੇਂ ਸੋਮਵਾਰ ਨੂੰ ਦਾਲ ਰੋਟੀ, ਮੰਗਲਵਾਰ ਨੂੰ ਦਾਲ ਚਾਵਲ ਖੀਰ, ਬੁੱਧਵਾਰ ਨੂੰ ਕਾਲੇ ਛੋਲੇ ਰੋਟੀ, ਵੀਰਵਾਰ ਨੂੰ ਕੜੀ ਚਾਵਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਤੇ ਰੋਟੀ, ਸ਼ਨੀਚਰਵਾਰ ਨੂੰ ਦਾਲ ਤੇ ਚਾਵਲ। ਤੇ ਆਹ ਦੇਖੋ, ਇਹ ਹੈਗਾ ਪੈਂਟਰੀ ਕਾਰ। ਪੈਂਟਰੀ ਕਾਰ ਕਿੱਥੇ ਹੁੰਦੀ ਹੈ? ਜਿਹੜੇ ਰੇਲ ਗੱਡੀਆਂ ਹੁੰਦੀਆਂ ਨੇ ਨਾ ਬੱਚੋ, ਜਦੋਂ ਦੂਰ ਤੱਕ ਜਾਣਾ ਹੁੰਦਾ ਹੈ, ਦੂਰ ਦਾ ਸਫ਼ਰ ਕਰਨ ਵਾਲੀਆਂ ਜਿਹੜੀਆਂ ਰੇਲ ਗੱਡੀਆਂ ਹੁੰਦੀਆਂ ਨੇ, ਸਾਨੂੰ ਦੂਰ ਤੱਕ ਪਹੁੰਚਾਉਂਦੀਆਂ ਨੇ, ਤਾਂ ਮੁਸਾਫਰਾਂ ਨੂੰ, ਯਾਤਰੀਆਂ ਲਈ ਉੱਥੇ ਇੱਕ ਡੱਬੇ ਵਿੱਚ ਪੈਂਟਰੀ ਕਾਰ ਬਣਾਈ ਹੁੰਦੀ ਹੈ ਜਿਸ ਵਿੱਚ ਭੋਜਨ ਤਿਆਰ ਕੀਤਾ ਜਾਂਦਾ ਹੈ ਤੇ ਯਾਤਰੀਆਂ ਨੂੰ ਦਿੱਤਾ ਜਾਂਦਾ ਹੈ। ਇਹ ਰੇਲ ਗੱਡੀ ਵਿੱਚ ਬਣਾਈ ਗਈ ਰਸੋਈ ਹੈ ਜਿਹਨੂੰ ਪੈਂਟਰੀ ਕਾਰ ਕਹਿੰਦੇ ਨੇ। ਤਾਂ ਇਹ ਚੀਜ਼ ਵੀ ਤੁਸੀਂ ਯਾਦ ਰੱਖਣੀ ਹੈ ਵੀ ਪੈਂਟਰੀ ਕਾਰ ਨੂੰ ਕਹਿੰਦੇ ਨੇ? ਰੇਲ ਗੱਡੀਆਂ ਵਿਚਲੀ ਰਸੋਈ ਵਿੱਚ, ਜਿੱਥੇ ਮੁਸਾਫਰਾਂ ਲਈ ਚਾਹ, ਕੌਫੀ, ਨਾਸ਼ਤਾ, ਰਾਤ ਦਾ ਖਾਣਾ, ਦੁਪਹਿਰ ਦਾ ਖਾਣਾ ਸਭ ਤਿਆਰ ਕੀਤਾ ਜਾਂਦਾ ਹੈ। ਹੁਣ ਖਾਲੀ ਥਾਵਾਂ ਦੇਖਦੇ ਹਾਂ ਫਿਰ ਤੋਂ। ਵਿਆਹ ਸਮਾਗਮਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਡੈਸ਼ ਲੱਗੇ ਹੋਏ ਸਨ। ਸਟਾਲ ਕੇ ਦੁਕਾਨਾਂ। ਜਿਹੜੇ ਵਿਆਹ ਸਮਾਗਮਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਕੀ ਹੁੰਦੇ ਨੇ? ਸਟਾਲ ਹੁੰਦੇ ਆ। ਦੁਕਾਨਾਂ ਨਹੀਂ ਕਹਿੰਦੇ ਆਪਾਂ ਨੂੰ, ਸਟਾਲ ਕਹਿੰਦੇ ਆ। ਸਾਨੂੰ ਸਮਾਗਮਾਂ ਵਿੱਚ ਡੈਸ਼ ਅਨੁਸਾਰ ਹੀ ਭੋਜਨ ਲੈਣਾ ਚਾਹੀਦਾ। ਲੋੜ ਕੇ ਪਲੇਟ, ਜਿੰਨੀ ਲੋੜ ਹੋਵੇ ਉਨਾ ਹੀ ਲੈਣਾ ਚਾਹੀਦਾ, ਨਾ ਕਿ ਪਲੇਟ ਭਰ ਕੇ। ਠੀਕ ਹੈ ਨਾ? ਜਿੰਨੀ ਲੋੜ ਹੋਵੇ ਤੇ ਲੋੜ ਲਿਖਣਾ, ਲੋੜ ਅਨੁਸਾਰ ਹੀ ਭੋਜਨ ਲੈਣਾ ਚਾਹੀਦਾ। ਸਕੂਲ ਵਿੱਚ ਡੈਸ਼ ਮਿਡ ਡੇ ਮੀਲ ਮਿਲਦਾ ਹੈ। ਹਰ ਰੋਜ਼ ਕਿ ਕਦੇ-ਕਦੇ? ਹਰ ਰੋਜ਼। ਇੱਥੇ ਕੀ ਆਊਗਾ? ਹਰ ਰੋਜ਼। ਇੱਥੇ ਆਪਾਂ ਨੇ ਹਰ ਰੋਜ਼ ਲਿਖਣਾ ਹੈ। ਰੇਲ ਗੱਡੀ ਵਿੱਚ ਡੈਸ਼ ਨਾਂ ਦੀ ਰਸੋਈ ਹੁੰਦੀ ਹੈ। ਰੇਲ ਗੱਡੀ ਵਿੱਚ ਜਿਹੜੀ ਰਸੋਈ ਹੁੰਦੀ ਹੈ ਉਹਨੂੰ ਕੀ ਕਹਿੰਦੇ ਆਪਾਂ? ਪੈਂਟਰੀ ਕਾਰ। ਕੀ ਕਹਿੰਦੇ ਆ? ਪੈਂਟਰੀ ਕਾਰ। ਢਾਬਾ ਨਹੀਂ ਕਹਿਣਾ, ਪੈਂਟਰੀ ਕਾਰ ਕਹਿਣਾ। ਵਿਆਹ ਵਿੱਚ ਡੈਸ਼ ਤਰ੍ਹਾਂ ਦੇ ਪੀਣ ਵਾਲੇ ਸ਼ੇਕ ਮਿਲਦੇ ਹਨ। ਇੱਕ ਜਾਂ ਵੱਖ-ਵੱਖ ਤਰ੍ਹਾਂ ਦੇ ਪੀਣ ਵਾਲੇ ਸ਼ੇਕ ਮਿਲਦੇ ਹਨ। ਠੀਕ ਹੈ ਨਾ ਬੱਚੋ? ਹੁਣ ਮਿਲਾਨ ਕਰਨਾ ਹੈ। इधर दिवाली, लोहड़ी, बसंत, साउन, नराते, पूड़ियां छोले, खंड ते खिडौणे, गचक ते रिओड़ियां, पीले चावल, मट्ठियां ते पूड़े। हुण तूं दसना है किस त्योहार नूं किहड़ी चीज बनदी है। दिवाली वाले दिन की हुंदा है? खंड ते खिडौणे मत्था टेकदे हां, खंड ते खिडौणियां नाल आपां मत्था टेकदे हां। लोहड़ी गचक ते रिओड़ियां। बसंत नूं की बनते ने? पीले चावल। साउन दे महीने च की हुंदा है? मट्ठियां ते पूड़े बनते ने। नरातियां की हुंदे ने? पूरियां ते छोले बनते हैं। ठीक है बच्चों? इस तरह इन्हां नूं मिलान करना, जान कि मिलाना है। ते हुण अगला प्रश्न देखो, खाना खाण तो पहलां ते बाद विच बच्चे की करदे हन? की करदे हन? बच्चे अपने हत्थ साबन अते पानी नाल चंगी तरह धोंदे हन। पहलां ते बाद विच की करदे हन? बच्चे अपने हत्थ साबन अते पानी नाल चंगी तरह धोंदे हन। इकट्ठे बैठ के खाना खाण नाल किहड़ियां आदतां विकसित हुंदियां हन? इकट्ठे बैठ के खाना खाण नाल भाईचारा वधदा है ते प्यार दी भावना पैदा हुंदी है। इकट्ठे बैठ के खाना खाण नाल भाईचारा वधदा है ते प्यार दी भावना पैदा हुंदी है। तां बच्चों ये सन प्रश्न उत्तर जिहड़े कि आपां ने हुण कीते हैं। तां तुसीं इन्हां सारे प्रश्नां उत्तरां नूं जरूर पढ़ना है ते याद करना है।